तेरे कवन कवन गुण कह कह गावा, तू साहिब गुणी निधाना। तुमरी महिमा वरन न साकूं, तू ठाकुर ऊच भगवाना। कबीर जिस मरने ते जग डरै, मेरे मन आनंद। मरने ही ते पाइयै पूरन परमानंद। पहला मरण कबूल, जीवन की छड़ आस। हों सबना की रेनका, तो आओ हमारे पास। सतनाम श्री वाहिगुरु साहिब जी। सोरठ महला नौवां। एह जग मीत न देखियो कोई, सगल जगत अपने सुख लागियो। दुख में संग न होई, एह जग मीत न देखियो कोई, सगल जगत अपने सुख लागियो। दुख में संग न होई। रहाओ दारा मीत पूत संबंधी, सगरे तन स्यों लागे। जब ही निर्धन देखियो नर को, संग छाड़ सब भागे। कहूँ कहाँ या मन बोरे को, इन स्यों नेह लगायो। दीना नाथ सकल भय भंजन, जस ताको विसरायो। स्वान पूछ जो भयो न सुधो, बहुत जतन मैं कीनो। नानक लाज बिरद की राखो, नाम तुहारो लीनो। स्वान पूछ जो भयो न सुधो, बहुत जतन मैं कीनो। नानक लाज बिरद की राखो, नाम तुहारो लीनो। वाहिगुरु जी का खालसा, वाहिगुरु जी की फतेह। जगत गुरु धन धन साहिब श्री गुरु ग्रंथ साहब महाराज जी की पावन हजूरी दे विच जुड़ बैठे सतसंगी जनों, सतगुरु ने कृपा की
ਸੰਧਿਆ ਵੇਲੇ ਗੁਰੂ ਗੋਦ ਵਿੱਚ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅਸਥਾਨ ਤੇ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਚੱਲ ਰਹੀ ਹੈ। ਅੱਜ ਸੋਰਠ ਰਾਗ ਦਾ 9ਵਾਂ ਸ਼ਬਦ, ਜਿਸ ਦਾ ਮੂਲ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ, ਇਸ ਦੀ ਵਿਚਾਰ ਕਰਨੀ ਹੈ। ਅੱਜ ਭਾਈ ਸੁਬੇਗ ਸਿੰਘ, ਭਾਈ ਸਾਹਬਾਜ ਸਿੰਘ, ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ। 25 ਜਨਵਰੀ 1746 ਦੇ ਵਿੱਚ ਇਹ ਦੋਵੇਂ ਸੂਰਮਿਆਂ ਨੇ ਸਿੱਖੀ ਵਿੱਚ ਪਰਪਕਤ ਰਹਿੰਦਿਆਂ ਆਪਣੇ ਆਪ ਨੂੰ ਅਤ ਦੇ ਤਸੀਏ ਚੱਲਦੇ ਹੋਏ ਚੜਖਣੀਆਂ ਤੇ ਚੜ੍ਹ ਕੇ ਮਹਾਨ ਸ਼ਹਾਦਤਾਂ ਦਿੱਤੀਆਂ। ਸੋ ਉਹਨਾਂ ਦਾ ਅੱਜ ਦਿਹਾੜਾ ਵੀ ਹੈ। ਆਓ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਵਿਚਾਰ ਦੇ ਨਾਲ ਜੁੜਦੇ ਹਾਂ। ਮਨੋਬਿਰਤੀਆਂ ਸਾਰੇ ਇਕਾਗਰ ਕਰੋ। ਗੁਰੂ ਮੰਤਰ ਦੀ ਸਾਨ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ, ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਤੇਗ ਬਹਾਦਰ ਮਹਾਰਾਜ ਇਸ ਜਗਤ ਰਚਨਾ ਬਾਰੇ ਸਾਨੂੰ ਸਮਝਾ ਰਹੇ ਹਨ, ਕਿਉਂਕਿ ਮਨੁੱਖੀ ਸੁਭਾਅ ਹੈ ਇਸ ਸੰਸਾਰ ਦੇ ਵਿੱਚ ਆ ਕੇ ਵੱਧ ਤੋਂ ਵੱਧ ਆਪਣੇ ਮਿੱਤਰ ਬਣਾਉਂਦਾ ਹੈ। ਔਰ ਮਨੁੱਖ ਦੇ ਅੰਦਰ ਇੱਕ ਵਿਚਾਰ ਹੈ ਕਿ ਇਹ ਮਿੱਤਰ, ਸਾਗ ਸੰਬੰਧੀ, ਮੇਰਾ ਪਰਿਵਾਰ, ਇਹ ਸਾਰੇ ਕਿਤੇ ਨਾ ਕਿਤੇ ਮੇਰੇ ਕੰਮ ਆਉਣਗੇ। ਮੰਨ ਲਈਏ ਜੇ ਸੰਸਾਰ ਦੇ ਵਿੱਚ ਵਿਚਰਦੇ ਹਾਂ, ਇਹ ਸੰਬੰਧ ਕਿਤੇ ਸਾਥ ਦਿੰਦੇ ਵੀ ਨੇ, ਪਰ ਸਤਿਗੁਰ ਕਹਿੰਦੇ ਨੇ ਕਿ ਇਹ ਸਦਾ ਤੋੜ ਸਾਥ ਨਿਭਾਉਣ ਵਾਲੇ ਸਾਥੀ ਨਹੀਂ, ਜਿਹੜੇ ਇੱਥੇ ਵੀ ਸਾਥ ਦੇਣ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸਾਥ ਦੇਣ, ਆਓ ਕਿ ਹਰ ਵੇਲੇ ਦੇ ਸਾਥੀ ਨਹੀਂ। ਇਸ ਕਰਕੇ ਇਹ ਜਿਹੜਾ ਸਾਰਾ ਜਗਤ ਹੈ, ਇਸ ਜਗਤ ਵਿੱਚ ਜਿਨ੍ਹਾਂ ਜਿਨ੍ਹਾਂ ਦੇ ਨਾਲ ਤੂੰ ਮਿੱਤਰਤਾ ਪਾ ਰਹੇ ਹੈ, ਸਤਿਗੁਰ ਕਹਿੰਦੇ ਗੱਲ ਖਿਆਲ ਕਰ ਲਈ ਕਿ ਇਹ ਸਦਾ ਦੇ ਤੇਰੇ ਮਿੱਤਰ ਨਹੀਂ। ਇਸ ਨੂੰ ਇਸ ਤਰ੍ਹਾਂ ਸਤਿਗੁਰ ਆਖ ਰਹੇ ਨੇ, ਸੋਰਠ ਮਹਿਲਾ 9ਵਾਂ, ਇਹ ਜਗ ਮੀਤ ਨਾ ਦੇਖਿਓ ਕੋਈ। ਹੈ ਭਾਈ, ਇਸ ਜਗਤ ਵਿੱਚ ਕੋਈ ਤੋੜ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ, ਜਿਹੜਾ ਕਿ ਆਖਿਰ ਤੱਕ ਮਨੁੱਖ ਦਾ ਸਾਥ ਦੇਵੇ, ਇਸ ਜਹਾਨ ਵਿੱਚ ਵੀ ਤੇ ਅਗਲੇ ਜਹਾਨ ਵਿੱਚ ਵੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਮੈਂ ਐਸਾ ਕੋਈ ਮਿੱਤਰ ਨਹੀਂ ਵੇਖਿਆ ਜਿਹੜਾ ਕਿ ਇੱਥੇ ਵੀ ਸਾਥੀ ਹੋਵੇ, ਉੱਥੇ ਵੀ ਸਾਥੀ ਹੋਵੇ। ਸਗੋਂ ਜੋ ਮੈਂ ਜਗਤ ਨੂੰ ਵੇਖ ਰਿਹਾ ਹਾਂ, ਸੰਸਾਰ ਨੂੰ ਜਿਵੇਂ ਮੈਂ ਵੇਖਿਆ ਹੈ, ਮੈਂ ਕਹਿੰਦਾ ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਸਾਰਾ ਸੰਸਾਰ ਆਪਣੇ ਸੁੱਖ ਵਿੱਚ ਹੀ ਜੁਟਿਆ ਪਿਆ ਹੈ। ਆਓ ਕਿ ਇੱਕ ਦੂਜੇ ਨਾਲ ਜੋ ਸੰਬੰਧ ਬਣਾਏ ਨੇ, ਸੱਚ ਇਹ ਹੈ ਕਿ ਇਹ ਸੁੱਖਾਂ ਦੇ ਸੰਬੰਧ ਨੇ। ਸਾਰੇ ਜਗਤ ਨਾਲ ਜੋ ਵੀ ਸਾਡਾ ਰਿਸ਼ਤਾ ਨਾਤਾ ਜੁੜਿਆ, ਜੋ ਵੀ ਸੰਬੰਧ ਜੁੜਿਆ, ਸਤਿਗੁਰ ਕਹਿੰਦੇ ਆਪਣੇ ਸੁੱਖਾਂ ਲਈ। ਸਗਲ ਜਗਤ ਆਪਣੇ ਸੁਖ ਲਾਗਿਓ, ਸਾਰਾ ਸੰਸਾਰ ਆਪੋ ਆਪਣੇ ਸੁੱਖ ਵਿੱਚ ਜੁਟਿਆ ਪਿਆ ਹੈ। ਦੁੱਖ ਮੈਂ ਸੰਗ ਨਾ ਹੋਈ, ਦੁੱਖ ਵਿੱਚ ਕੋਈ ਕਿਸੇ ਦੇ ਨਾਲ ਸਾਥੀ ਨਹੀਂ ਬਣਦਾ। ਪਰ ਇਸ ਗੱਲ ਨੂੰ ਕੋਈ ਵਿਰਲਾ ਜਾਣਦਾ, ਜਿਹਨੇ ਨੇ ਸਾਥੀ ਬਣਨਾ ਉਸ ਦਾ ਖਿਆਲ ਕੋਈ ਨਹੀਂ। ਤੇ ਯਾਦ ਰੱਖਿਓ ਕਿ ਜਿਨ੍ਹਾਂ ਦੇ ਨਾਲ ਇਹ ਮਿੱਤਰਤਾ ਪਾਉਂਦਾ, ਉਹਨਾਂ ਨੇ ਸਾਥ ਨਹੀਂ ਦੇਣਾ। ਇਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਲਿਖਿਆ ਕਿ ਕੋਈ ਜਾਣੈ ਕਵਨ ਇਹਾਂ ਜਗਮੀਤ, ਕੋਈ ਵਿਰਲਾ ਜਾਣਦਾ ਕਿ ਇੱਥੇ ਮੇਰਾ ਕਿਹੜਾ ਮਿੱਤਰ ਹੈ। ਮਹਾਰਾਜ ਕੌਣ ਜਾਣਦਾ? ਕਹਿੰਦੇ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਕੀ ਨਿਰਮਲ ਰੀਤ। ਜਿਸ ਦੇ ਉੱਤੇ ਵਾਹਿਗੁਰੂ ਦਿਆਲੂ ਹੋ ਜਾਂਦਾ ਹੈ, ਉਹ ਇਸ
ਢੰਗ ਨੂੰ ਬੁੱਝ ਲੈਂਦਾ, ਜਿਸ ਗੱਲ ਨੂੰ ਸਮਝ ਲੈਂਦਾ ਹੈ ਤੇ ਜਿਸ ਨੂੰ ਸਮਝ ਆ ਜਾਂਦੀ ਕਿ ਮੇਰਾ ਅਸਲ ਮਿੱਤਰ ਕੌਣ ਹੈ, ਉਸ ਮਨੁੱਖ ਦੀ ਜੋ ਜੀਵਨ ਜੁਗਤ ਹੈ ਉਹ ਨਿਰਮਲ ਹੋ ਜਾਂਦੀ ਹੈ। ਪਰ ਸੱਚ ਇਹ ਹੈ ਕਿ ਇਹ ਕੋਈ ਸਮਝਦਾ ਨਹੀਂ ਕਿ ਇਹ ਜਿਹੜੇ ਰਿਸ਼ਤੇ ਨਾਤੇ ਨੇ, ਮਾਤ ਪਿਤਾ ਬੰਤਾ ਸੁਧ ਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕਉ ਨਾ ਸਹਾਈ। ਜਾਂ ਮਾਰ ਕਹਿੰਦੇ ਮੁਕਤ ਲਾਦ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਬਦੈ ਤਾਮੇ ਸੰਤੋਖ ਨਾ ਪਾਇਆ। ਇਹਨਾਂ ਦੇ ਵਿੱਚੋਂ ਸੰਤੋਖ ਵੀ ਪ੍ਰਾਪਤ ਨਹੀਂ ਹੁੰਦਾ, ਪਰ ਮਨੁੱਖ ਲੱਗਿਆ ਰਹਿੰਦਾ ਹੈ। ਇਸ ਕਰਕੇ ਸਾਰਾ ਜਗਤ ਆਪਣੇ ਸੁੱਖ ਦੇ ਨਾਲ ਲੱਗਿਆ ਹੋਇਆ ਹੈ, ਔਰ ਸਾਡਾ ਬਹੁਤਾ ਜ਼ੋਰ ਵੀ ਇਸ ਵਾਸਤੇ ਹੀ ਹੈ। ਮਹਾਰਾਜ ਕਹਿੰਦੇ ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕਿਓ ਨਾ ਕੋਏ। ਸਾਡੇ ਜਿਤਨੇ ਵੀ ਯਤਨ ਨੇ, ਉਦਮ ਨੇ, ਉਪਰਾਲੇ ਨੇ, ਉਹ ਸਾਡੇ ਸੁਖ ਵਾਸਤੇ ਹੀ ਨੇ। ਇਸ ਗੱਲ ਨੂੰ ਥੋੜਾ ਸਮਝਿਓ। ਸਾਡੇ ਜਿਤਨੇ ਯਤਨ ਨੇ ਅਸੀਂ ਸੁੱਖਾਂ ਵਾਸਤੇ ਕਰਦੇ ਹਾਂ, ਪਰ ਦੁੱਖ ਵਾਸਤੇ ਸਾਡਾ ਕੋਈ ਯਤਨ ਨਹੀਂ। ਮੰਨ ਲਓ ਕਿ ਅੱਜ ਅਸੀਂ ਸੁਖੀ ਹਾਂ ਤਾਂ ਸੁਖ ਵਾਸਤੇ ਸਾਡੇ ਸਾਰੇ ਯਤਨ ਨੇ ਕਿ ਅਸੀਂ ਸੁਖੀ ਰਹੀਏ, ਜਾਂ ਸੁਖ ਦੇ ਹੀ ਜਿਤਨੇ ਯਤਨ ਅਸੀਂ ਕਰ ਰਹੇ ਹਾਂ ਸਾਰੇ ਸੁਖ ਦੇ ਯਤਨ ਨੇ। ਇਹ ਧਨ ਪਰਿਵਾਰ, ਰਿਸ਼ਤੇ ਨਾਤੇ, ਦੋਸਤ ਮਿੱਤਰ। ਪਰ ਯਾਦ ਰੱਖਣਾ ਕਿ ਇਹਨਾਂ ਨੇ ਦੁੱਖ ਵਿੱਚ ਸਾਥ ਨਹੀਂ ਆਉਣਾ, ਜੋ ਸਤਿਗੁਰ ਕਹਿਣਾ ਚਾਹੁੰਦੇ ਨੇ। ਇਹ ਦੁੱਖ ਦੇ ਸਾਥੀ ਨਹੀਂ ਹਨ, ਪਰ ਸਾਡੇ ਸਾਰੇ ਯਤਨ ਜਿਹੜੇ ਨੇ ਉਹ ਸੁਖ ਦੇ ਨੇ। ਤੇ ਦੁੱਖ ਕੋ ਕਿਉਂ ਨਾ ਕੋਈ, ਦੁੱਖ ਵਾਸਤੇ ਅਸੀਂ ਕੋਈ ਯਤਨ ਨਹੀਂ ਕਰਦੇ। ਜਦੋਂ ਦੁੱਖ ਆਉਣਾ ਹੈ ਤੇ ਦੁੱਖ ਵਿੱਚ ਅਸੀਂ ਰਹਿਣਾ ਕਿਵੇਂ ਹੈ, ਦੁੱਖ ਨੂੰ ਸਾਰਨਾ ਕਿਵੇਂ ਹੈ, ਦੁੱਖ ਨੂੰ ਬਰਦਾਸ਼ਤ ਕਿਵੇਂ ਕਰਨਾ ਹੈ, ਦੁੱਖ ਦੇ ਵਿੱਚ ਅਸੀਂ ਕਿਵੇਂ ਅਡੋਲ ਰਹਿਣਾ, ਇਹ ਅਸੀਂ ਯਤਨ ਕਰਦੇ ਨਹੀਂ ਹਾਂ। ਸਾਡੇ ਇਸ ਵਾਸਤੇ ਕੋਈ ਯਤਨ ਨਹੀਂ ਵੀ ਜਦੋਂ ਕੋਈ ਦੁੱਖ ਆ ਜਾਏਗਾ ਜੀਵਨ ਵਿੱਚ, ਉਸ ਵੇਲੇ ਅਸੀਂ ਕਿਵੇਂ ਆਪਣੇ ਉਸ ਦੁੱਖ ਨੂੰ ਲੈਣਾ ਹੈ, ਇਹ ਕਿਸੇ ਦਾ ਯਤਨ ਨਹੀਂ ਹੈ। ਔਰ ਗੱਲ ਯਾਦ ਰੱਖਣਾ, ਜੇ ਸੁੱਖ ਹੈ ਇੱਕ ਪਾਸੇ ਤੇ ਨਾਲ ਦੁੱਖ ਵੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਬੜਾ ਸਪਸ਼ਟ ਆਖਿਆ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਕੋਈ ਹੋਈ। ਦੁੱਖ ਦੇ ਵਿੱਚ ਕੋਈ ਸਾਥੀ ਨਹੀਂ ਬਣਦਾ। ਅਸੀਂ ਸਾਥੀ ਕਿਹਨੂੰ ਸਮਝਦੇ ਹਾਂ? ਗੁਰੂ ਸਾਹਿਬ ਨੇ ਇਹ ਵੀ ਅੱਗੇ ਜ਼ਿਕਰ ਕੀਤਾ ਹੈ, ਆਖਣ ਲੱਗੇ ਦਾਰਾ ਮੀਤ ਪੂਤ ਸੰਬੰਧੀ, ਸਗਰੇ ਤਨ ਸਿਉ ਲਾਗੇ। ਸੱਚ ਤਾਂ ਇਹ ਹੈ, ਗੁਰੂ ਤੇਗ ਬਹਾਦਰ ਮਹਾਰਾਜ ਆਖ ਰਹੇ ਨੇ ਕਿ ਇਹ ਜਗਤ ਦੇ ਜਿਤਨੇ ਵੀ ਸੰਬੰਧ ਨੇ, ਪਤੀ ਪਤਨੀ ਪੁੱਤਰ ਮਿੱਤਰ, ਜਿਤਨੇ ਵੀ ਸਾਗ ਸੰਬੰਧੀ, ਚਾਚੇ ਤਾਏ ਮਾਮੇ ਨਾਨੇ, ਜੋ ਵੀ ਕੁਝ ਰਿਸ਼ਤੇ ਨਾਤੇ ਅਸੀਂ ਬਣਾਏ ਨੇ, ਜੋੜੇ ਹੋਏ ਨੇ, ਕਿਤੇ ਨਾ ਕਿਤੇ ਆਪਾਂ ਧਿਆਨ ਨਾਲ ਤੱਕਾਂਗੇ ਕਿ ਇਹ ਸਾਰੇ ਸੰਬੰਧ ਸਾਡੇ ਧਨ ਨਾਲ ਜੁੜੇ ਹੋਏ ਨੇ। ਜੇ ਸਾਡੇ ਕੋਲ ਧਨ ਹੈ ਤੇ ਇਹ ਸਾਡੇ ਨਾਲ ਖੜੇ ਨੇ, ਪਰ ਜਿਸ ਬੰਦੇ ਕੋਲ ਧਨ ਨਹੀਂ ਹੁੰਦਾ ਤੇ ਸਾਰੇ ਸਾਗ ਸੰਬੰਧੀ ਉਹ ਸਾਥ ਛੱਡ ਜਾਂਦੇ ਹਨ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੜੀ ਲੰਬੀ ਦੂਰ ਅੰਦੇਸੀ ਨਜ਼ਰ ਦੇ ਨਾਲ, ਦੂਰ ਦ੍ਰਿਸ਼ਟੀ ਦੇ ਨਾਲ ਸਤਿਗੁਰ ਨੇ ਆਖਿਆ ਕਿ ਮੈਂ ਦੇਖਿਆ ਸੰਸਾਰ ਨੂੰ, ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ। ਸਾਰਿਆਂ ਦੇ ਸੰਬੰਧ ਕਹਿੰਦੇ ਧਨ ਨਾਲ ਹੀ ਇਹ ਸਾਰੇ ਪਿਆਰ ਕਰਦੇ ਨੇ, ਔਰ ਧਨ ਕਰਕੇ ਹੀ ਪਿਆਰ ਕਰਦੇ ਨੇ। ਤੇ ਨਾਲ ਆਖਣ ਲੱਗੇ ਸਗਰੇ ਧਨ ਸਿਉ ਲਾਗੇ, ਜਬ ਹੀ ਨਿਰਧਨ ਦੇਖਿਓ ਨਰਕੋ। ਜਦੋਂ ਕੋਈ ਮਨੁੱਖ ਕੰਗਾਲ ਹੋ ਜਾਂਦਾ ਹੈ, ਨਿਰਧਨ ਹੋ ਜਾਂਦਾ ਹੈ, ਤਾਂ ਮਹਾਰਾਜ ਕਹਿੰਦੇ ਸੰਗ ਛਾੜ ਸਭ ਭਾਗੇ। ਉਦੋਂ ਸਾਰੇ ਸਾਥ ਛੱਡ ਕੇ ਨਸ ਜਾਂਦੇ ਹਨ। ਕੰਗਾਲ ਬੰਦੇ ਦਾ ਕੌਣ ਸਾਥ ਦੇਵੇ, ਜਿਹਦੇ ਕੋਲ ਕੁਝ ਖਾਣ ਨੂੰ ਨਹੀਂ, ਪਾਣ ਨੂੰ ਨਹੀਂ, ਰਹਿਣ ਨੂੰ ਨਹੀਂ। ਹੁਣ ਜੀਵਨ ਵਿੱਚੋਂ ਧਨ ਪਦਾਰਥ ਚਲੇ ਗਏ ਨੇ ਤੇ ਬੱਚੇ ਵੀ ਸਾਥ ਛੱਡ ਜਾਂਦੇ ਨੇ, ਪਤਨੀ ਵੀ ਸਾਥ ਛੱਡ ਜਾਂਦੀ ਹੈ, ਪਤੀ ਵੀ ਸਾਥ ਛੱਡ ਜਾਂਦਾ ਹੈ। ਕਿਉਂਕਿ ਇਹ ਸਾਰੇ ਜਿਹੜੇ ਸੰਬੰਧ ਗੁਰੂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਧਨ ਨਾਲ ਜੁੜੇ ਹੋਏ ਨੇ। ਸੰਸਾਰ ਦੇ ਵਿੱਚ ਬਹੁਤਾਤ ਸੰਬੰਧ ਸੁੱਖ ਨਾਲ ਹੈ, ਬਹੁਤਾ ਸੰਬੰਧ ਧਨ ਦੇ ਨਾਲ ਹੈ। ਜਿੱਥੇ ਧਨ ਹੈ ਉੱਥੇ ਮਨੁੱਖ ਸੰਬੰਧ ਜੋੜ ਲੈਂਦਾ। ਔਰ ਤੁਸੀਂ ਕਈ ਵਾਰੀ ਦੇਖ ਕੇ ਹੈਰਾਨ ਹੋਵੋਗੇ ਕਿ ਜਿੱਥੇ ਧਨ ਹੋਵੇ ਨਾ, ਬੰਦਾ ਰਿਸ਼ਤੇਦਾਰੀ ਨਾ ਵੀ ਹੋਵੇ, ਕਿਤੋਂ ਨਾ ਕਿਤੋਂ ਕੱਢ ਹੀ ਲੈਂਦਾ ਕਿ ਤੁਸੀਂ ਤਾਂ ਮੇਰੇ ਦੂਰ ਦੇ ਰਿਸ਼ਤੇਦਾਰ ਲੱਗਦੇ ਹੋ। ਪਰ ਜਿੱਥੇ ਬੰਦੇ ਕੋਲ ਕੰਗਾਲਤਾ ਹੋਵੇ ਨਾ, ਭਾਵੇਂ ਕਈ ਵਾਰੀ ਪਿਓ ਹੋਵੇ, ਮਾਂ ਹੋਵੇ, ਦੇਖ ਕੇ ਬੰਦਾ ਕਈ ਵਾਰੀ ਪਾਸਾ ਕਤਰਾ ਜਾਂਦਾ, ਕੰਨੀ ਕਤਰਾ ਜਾਂਦਾ। ਕਿਉਂ? ਕਿਉਂਕਿ ਲੋਕ ਕਹਿਣਗੇ ਵੀ ਇਹ ਐਡੀ ਗਰੀਬੀ ਇਹਨਾਂ ਕੋਲ।
मैं कई नावल पढ़े इदां दे, जिवें गरीब की दुनिया, नानक सिंह प्रीत एक बड़े बड़े विद्वान होए, तो उन्होंने कई नावल लिखे, तो उन्होंने गरीब की दुनिया एक नावल लिखा, बड़ा प्यारा नावल, पढ़न वाला है। वो इस तरह के संबंध उजागर करते हैं। देखो कि गरीब जिथे गरीबी है उत्थे कोई अपना नहीं हुंदा। गरीब दे विच माता पिता भैन भरा साग संबंधी सारे साथ छड़ जाते हैं। और जिथे अमीरी होवे, दूर का भी रिश्ता होवे, बंदा बड़ी छाती ठोक के कहता फलाना मेरा रिश्तेदार है, पता वो MP MLA मेरा रिश्तेदार है, मेरे नगर का, मेरे नाल गुआंढी है। पर कोई कंगाल होवे, भावें प्यो क्यों ना होवे, बंदा कहता मैं नहीं जानता। सतगुरु गुरु तेग बहादुर महाराज इस विचार को समझाना चाहते हैं कि जगत की ये रीत है कि दारा मीत पूत संबंधी सगरे धन स्यों लागे, जब ही निर्धन देखियो नर को संग छाड़ सब भागे। एक होर शब्द अगे आएगा, महाराज व्याख्या करेंगे कि ये रिश्ते नाते ता सुख में आन बहुत मिल बैठत, रहत चहूँ दिस घेरै, विपद परी सब ही संग छाड़त, कोऊ न आवत नेरै, घर की नार बहुत हित जासो, सदा रहत संग लागी, जब ही हंस तजी एकाया, प्रेत प्रेत कर भागी। महाराज कहते यह विद को व्यवहार बनियो है, जासो नेह लगायो। जिहदे नाल तू प्यार पा के बैठा, ये व्यवहार वेख ले तू संसार का। यह विद को व्यवहार बनियो है, जासो नेह लगायो, अंत वार नानक बिन हर जी को काम ना आयो। किसी ने तेरे काम नहीं आना। ये बाणी दे अटल फैसले ने, यह सच्चाई है। इत्थे बहुते संबंध धन नाल ही जुड़े हुए ने। इस करके महाराज कहते ने निर्धन बंदे कोल कोई नहीं आउंदा। भगतां ने भी कहा कि निर्धन आदर कोई ना दे। मनुख निर्धन है, उसनों कोई आदर नहीं देता। निर्धन मनुख, गरीब मनुख, उसनों कोई आदर, उसनों कोई सत्कार नहीं देता। निर्धन आदर कोई ना दे। ते कहते ने भगत कबीर साहब जी, जो निर्धन सरदन कह जाए, आगे बैठा पीठ फिराए। कोई गरीब बंदा किते अमीर कोल चला जाए ना, तो वह पिठ फेर के बह जाता है भी तैनूं ते मैं जानदा ही नहीं। देखो ना हुण वोटां आउणगियां, तुहाडे कोल बंदे आउणगे, वोटां दा समां निकल जाएगा, तुसीं जाओगे भी साडा ये काम है, असीं जानते नहीं जी कित्थों आए तुसीं, असीं तुहानूं कदी वेख्या नहीं है। जदों वोट लैनी सी उदों तुहानूं वेख्या सी, तुहाडी चंगी पहचान सी उस वेले, पर जदों काम निकल गए ने फिर जो कह दिता असीं नहीं जानते जी तुहानूं, तुसीं कौन हो, कित्थे रहिंदे हो, की करदे हो। क्यों? क्योंकि सिर्फ संबंध माया दा सी। इस संसार दे एक लीला है, माया की एक खेड है। इस करके गुरबाणी ने कहा कि देखो संसार के लोगों कि निर्धन मनुख नूं कोई सत्कार नहीं करता। जे निर्धन मनुख किते सरधन कोल अमीर कोल चला जाता है तो वह पिठ फेर के बह जाता है, वो कहता मैं तैनूं जानता ही नहीं हाँ। पर दूजा पासा वेखो, कहते जो सरधन निर्धन कह जाए, दिया आदर लिया बुलाए। जे कोई मनुख गरीब दे कोल जांदा है, अमीर बंदा भावें वह वोटां मंगण ही आया होवे, एक गरीब बंदा बड़े आदर नाल उहनूं घर बैठांदा है, चाह पानी पुछदा, उहदा सत्कार करदा है भी भले हो आओ तुसीं मेरे घर आए हो। ते इत्थे तक गरीब बंदा कहंदा किसी अमीर बंदे नूं भी जो कीड़ी दे घर ते नारायण ही आ गया अमीर नूं देख के, पर गरीब का कोई सत्कार नहीं करता। इस करके सतगुर कहते ने, कहते इस संसार की हालत है, जदों निर्धन किसी नूं बंदे नूं देखदा है तो साथ छड़ के सारे नस जाते हैं। फिर महाराज आखरन लगे, कहूँ कहाँ या मन बोरे को। सतगुर आखन लगे, हे भाई मैं इस झल्ले मन नूं की समझावां, क्योंकि ये गल साडे समझ आ जाती है, असीं अनुभव भी कर लैंदे इन्हां चीज़ां नूं, पर साडा मन एडा झल्ला है, एडा कमला है। सतगुर कहते ने इस झल्ले मन नूं, इस कमले मन नूं मैं की समझावां। कहूँ कहाँ या मन बहुरे को, इनसो नेह लगायो। कहते इन्हां कच्चे साथियां नाल प्यार पाया होया इसने, इहनूं पता कच्चे साथी ने, औखे वेले साथ नहीं देणगे, पर मैं की करा इस झल्ले मन नूं, ये प्यार ही इन्हां दे नाल पा के बैठा होया।
मैं एक बार थानू शायद गल सुनाई सी ना, इन्हां कच्चे साथियों का एडा प्यार है मनुख का। एक दास दे मित्र वो कथा कर रहे सन, उन्होंने गल सुनाई कि मैं एक बारी अहमदाबाद गया, इत्थे एक माई गुरुद्वारे रहिंदी सी। बच्चों ने घरों कढ़ दिता, बच्चे का ब्याह किया, नूरानी आई घरों कढ़ दिता। सस गुरुद्वारे रहिंदी सी, एक बच्चा भी हो गया उस जोड़े दे। गुरुद्वारे वालियां ने उस माता नूं कमरा दिता सी भी विचारी कित्थे जाए। लंगर पानी गुरु घर बनता सी, मिल जाता सी। ते एक गुरमुख प्रचारक उत्थे गए ते उत्थे देखा कि एक माई रहिंदी है। गलबात हुई, पुछया, कहंदे बच्चों ने मैनूं घरों कढ़ दिता। ये तो गुरुद्वारे वाले चंगे ने, कहंदे मैनूं रिहास दिती है, लंगर पानी देंदे, कमरा दिता होया। तो प्रचारक कहन लगे, माता भी बेनती है तैनूं, तू मेरे नाल पंजाब चल ते आपां उत्थे तेरी रज के सेवा करांगे, तेरी रज के सेवा करांगे, तू मेरे नाल तो पंजाब चल। जिवें असीं अपनी माँ की सेवा करते रहे, माँ तो ज़्यादा सेवा नहीं कर सके, बचपन विच ही चली गई सी, ते असीं माँ की तरह तेरी सेवा करांगे। बड़े भागां नाल मावां मिलदियां। पहला मन गई, कहंदा ठीक है। जदों उन्हां दा आउण दा वक्त होया ते उन्हां ने कहा, माता जी चलीए। कहंदे नहीं, मैं नहीं जाना। पूछया क्यों? कहन लगी, ऐतवार दे ऐतवार मेरी नूह ते पुत ते मेरा पोतरा मत्था टेकण आंदे ने, मैं उन्हां दे दर्शन इत्थे कर लैंदी, उन्हां दे दर्शन कर लैंदी है। उन्हां ने घरों कढ़ दिता ते इह दर्शनां दी भुखी उत्थे बैठी हुई है। उन्होंने घरों कढ़ दिता उसनूं, पर वह कहती है भी एतवार एक हफ्ते बाद मैं अपने पुत्र, अपनी नूह, अपने पोतरे दे दर्शन कर लैंदी हाँ। यह है ये झल्ले मन की कहानी। सतगुर कहते हैं भी जिन्हों ने घरों कढ़ दिता, इतनी ममता है मनुख की। मारे कहते ने, कहाँ करो या मन बोरे को, इनसो नेह लगायो। इन्हां दे नाल ये प्रीत पाई बैठा है, प्यार पाया होया है। ते मैं कहते, दीना नाथ सकल पै पंजन, जस ताको विसरायो। जेड़ा गरीबां दा रख है, नाथ है, मालक है, खसम है। ये गल याद रखना, जिसका कोई आसरा नहीं हुंदा ना, उसका आसरा वो रब हुंदा है। पर सतगुर कहते ने, कहते दीना नाथ जेड़ा गरीबां दा राखा है, सकल भय भंजन जेड़ा सारे डर नाश करन वाला है, जिस ताको विसराय सकने, उस परमात्मा की सिफत सलाह ने भुलाई हुई है। बंदे दे ये हाल ने, इस मन दे ये हाल ने कि उस रब नूं चेते नहीं करता। जेड़ा बंदे दा रख है, जेड़ा मनुख दे सारे भय डर दूर करन वाला है, सच है कि उसने उस परमात्मा की कीर्ति इस मनुखी मन ने भुलाई हुई है। नहीं तो गुरु साहब सानू समझाते हैं, सिखा कोई साथ दे ना दे संसार दे विच, पर रब ने तेरा हर थां ते साथ देना है। ये याद कर लेना जिंदगी विच। मार कहने, जिथे हर आराधिए तिथे हर मित सहाई। जिथे भी तू आराधेगा, हरि मित्र उत्थे तेरे नाल खड़ा मिलेगा, उत्थे तेरी सहायता करेगा, उत्थे तेरी मदद करेगा। कई बार बंदा कला हुंदा है ना, तो बंदा कहता हुण इत्थे की बनेगा मेरा। परमात्मा किसी रूप दे विच आके साडी मदद कर जाता है। महाराज कहते, जिथे हर आराधी है तिथे हर मित सहाई, गुर कृपा ते हर मन वसै, होरत विद लिया ना जाए। गुरु की कृपा दे नाल वो मन विच वसदा है, होरत ढंग दे नाल, विद दे नाल महाराज कहते हैं उसनूं प्राप्त नहीं किया जा सकता। वो साथी है साडा। जिथे भी असी दुखी हुंदे आ, परेशान हुंदे आ, सच जानना वो साडी मदद करता है, उठ साड़ी सहायता करता है, क्योंकि वो हर थां ते मौजूद है। पर ये झल्ले मनु ये सारी नहीं है, जिन्हों ने साथ नहीं छड़ना उन्होंने साथी बनाया है। तो जिहड़ा साथी है उसका जस, उसकी सिफत, उसकी वडियाई भुला के बैठा होया। क्योंकि मनुखी हालत है सब कुछ अपना एक राम पराया। बंदा सब कुछ नूं कहंदा है मेरा अपना है, ये घर जी मेरा अपना ही है, ये कार मेरी अपनी है, परिवार मेरा अपना है। इदां ही कहते ना असीं भी ये सारा मेरा अपना ही है जी, ये दुकान मेरी अपनी है, ये बड़े बड़े कारोबार मेरे अपने ने। तो साधु कहते सिखा भी कभी ध्यान दें, सब कुछ अपना, तो सब कुछ अपना बनाया है,
पर एक चीज़ तेरी पराई है, एक राम पराया। जिहड़ा तेरा अपना उसनों पराया बनाया, और जिहड़ा है ही सब पराया उसनों तू अपना समझ के बैठा हुआ। साडा नहीं है जो भी कुछ साडे कोल, असीं भोगण वास्ते आए, मानण वास्ते आए। ये साडा भुलेखा हुंदा भी ये घर मेरा है, वो मानण वास्ते आए सी, रहना सी 4 दिन उहदे विच, प्राण निकल गया कि साडा रहिंदा। साडे कोल सोना हुंदा है, महाराज कहंदे वो तां सोना तक भी तू कहना मेरा सोना, मेरे वालियां, मेरे गहने, मेरा हार मरण तो बाद की तेरा है। भी तेरा हुंदा तेरे नाल भेज दे, कोई भेजदा? क्योंकि अपना है नहीं कोई भी चीज़। सतगुर ये गल सानू चंगी तरह समझाना चाहते ने कि तू उस परमात्मा के जस नूं भुलाया जो सच्ची मुच्ची तेरा है। और गल याद रखना, दुनिया का जितना मर्जी धन पदार्थ परिवार होवे, जे वाहिगुरु राखा नहीं, वाहिगुरु की कृपा नहीं, इस धन ने भी साडे किसी काम नहीं आना, परिवार ने भी कई बार काम नहीं आना। सिर्फ वो राखा चाहिए जिन्होंने महाराज कहने, राखा एक हमारा स्वामी, सगल घटा का अंतरजामी, सोए अचिंता जाग अचिंता, जहाँ कहाँ प्रभु तू बरतनता, कर सुख बसया बाहर सुख पाया, कहो नानक गुर मंत दृढ़ाया। घर विच भी सुख आ जाना है, बाहर भी सुख आ जाना है, जे तू उस परमात्मा के नाम मंत्र नूं दृढ़ कर लवें, पक्का कर लवें, पका लवें अपने हिरदे विच। ये गल नूं विचार लवें कि हे वाहिगुरु तू ही मेरा है, बाकी तो इत्थे जो कुछ नज़र आ रहा है बस इतना मेरा है कि जब तक श्वास ने मैं कहना मेरा है, श्वास निकले नहीं इन्हां विचों कोई भी चीज़ मेरी नहीं है। हस्त रथ अश्व पवन तेज, धनी भूमन चतरंगा, संग न चाल्यो इनमें कछुआ ऊठ सिधायो नांगा। कोई साथ है? महाराज कहते कोई एक चीज़ दस दे भी ये मेरी साथ रहेगी। सदू कहने कोई साथ नहीं। फिर कहने लगे, स्वान पूछ जो पह्यो न सूधो, बहुत जतन मैं कीनो। आखन लगे, हे भाई जिवें कुत्ते की पूंछल जिहड़ी है ना वो सीधी नहीं हुंदी, इस तरह इस मन की परमात्मा की याद वालों लापरवाही हटती नहीं। ये लापरवाही रहिंदा है, ये मन भी कभी सीधा नहीं हुंदा, मन टिकता नहीं है, सीधे पासे नहीं, बिंगे पासे तुरेगा। और बिंगे पासे तुर रहा, समझ लो कि साडा मन बिंगा है, टेढ़ा है। और इतना को टेढ़ा जिमें कि कुत्ते की पूंछ से महाराज पूछल कह रहे हैं, इस तरह टेढ़ा साडा मन, ये सीधा ही नहीं हुंदा। सतगुरु कहते ते बहुत जतन मैं कीनू। सतगुरु कहते मैं तो बहुत सारे जतन करके वेख ले भी मन किते सीधा हो जाए। जतन बहुत मैं कर रहे हो, मिट्यो ना मन को मान। सतगुरु कहते मैं बहुत सारे जतन करके वेख ले, पर मेरे मन का मान नहीं मुकिया। मैं तो कई बार सोचदा, सच्चे पातशाह तुसीं कहंदे हो मैं बड़े जतन किए, असीं तां जतन नहीं करते कोई भी। तां कही जाने भी जतन बहुत किए। किहड़ा जतन कीता सी? कदी उठ के नाम नहीं जपिया, कदी बंदगी नहीं की, कदी सेवा नहीं की, कदी कोई होर धर्म कर्म नहीं किया। कई जाने सब दे नाल मिल के भी जतन बहुत मैं कर रहे हो, पर कई बार सोचते किहड़ा जतन किया। भी कोई जतन किया हो, पुछिए तो सही मनु भी तू किहड़ा जतन किया। जतन है नहीं ना। गुरु साहब ने तो जतन किया कि तुसीं वेखो कि कितने साल सतगुरु 1645 तो लैके लगातार 1664 तक सतगुरु जी जाके 1644 तो लैके 1624 20 साल बनते बाबे बकाले की धरती ते। एडे जतन उन्होंने किए अपने जीवन विच, दिन रात बंदगी च रहना, सेवा सिमरन च रहना, लोगों के उत्ते परोपकार करना, लोगों के ढहे हुए घर बना के दे देने, लोगों लंगर चला देना। इतने जतन किए सतगुरु जी ने। वो तां लिख रहे हैं कि जतन बहुत मैं कर रहे हो, मिट्टियो ना मन को मान। पर साढ़े तो इतने जतन भी नहीं। सतगुरु ने तो जतन किए, वो तां कहते हैं भी बहुत सारे जतन किए। इतने जतन करन तो बाद भी इस मन का मान या मन का विंगापन ये खत्म नहीं जे हुंदा। मनुख बहुत सारे जतन करता है। इस करके महाराज कहते मैं बहुत सारे जतन किए। फिर कहने लगे, नानक लाज बिरद की राखो, नाम तुहारो लीना। आखन लगे, हे नानक आखे प्रभु अपने मुढ़ कदीमा दे प्यार वाले सुभाव की लाज रख। एक रब का एक सुभाव है,
ਗੁਰੂ ਦਾ ਇੱਕ ਸੁਭਾਅ ਹੈ। ਆਪਾਂ ਗੁਰੂ ਦੇ ਦਰ ਤੇ ਆਉਂਦੇ ਹਾਂ ਨਾ, ਯਾਦ ਰੱਖਣਾ ਗੁਰੂ ਦਾ ਸੁਭਾਅ ਇੱਕ ਬੜਾ ਪਿਆਰਾ ਹੈ ਕਿ ਜੋ ਸਰਨ ਆਵੈ ਤਿਸ ਕੰਠ ਲਾਵੈ। ਗੁਰੂ ਦੀ ਵੱਡੀ ਖੂਬੀ ਇਹ ਹੈ, ਚੋਰ ਆ ਗਿਆ ਉਹਨੂੰ ਵੀ ਗਲਵੱਕੜੀ 'ਚ ਲੈ ਲਿਆ, ਕੋਈ ਠੱਗ ਆ ਗਿਆ ਉਹਨੂੰ ਵੀ ਗਲਵੱਕੜੀ 'ਚ ਲੈ ਲਿਆ, ਕੋਈ ਵਿਕਾਰੀ ਆ ਗਿਆ ਗੁਰੂ ਸਾਹਿਬ ਨੇ ਉਸ ਨੂੰ ਵੀ ਗਲਵੱਕੜੀ ਵਿੱਚ ਲੈ ਲਿਆ। ਮੈਂ ਤਾਂ ਕਈ ਵਾਰੀ ਸੋਚਦਾ ਸੱਚੇ ਪਾਤਸ਼ਾਹ ਵੀ ਤੁਸੀਂ ਕਿਤਨਾ ਪਰਉਪਕਾਰ ਕਰਦੇ ਹੋ ਸਾਡੇ ਉੱਤੇ। ਦੋਖਨ ਦੇਖਤ ਹੋ ਪਰ ਦੇਤ ਨਾ ਹਾਰੇ। ਸਾਡੀਆਂ ਗਲਤੀਆਂ ਦੇਖ ਰਹੇ ਹੋ ਫਿਰ ਵੀ ਸਾਨੂੰ ਦੇਈ ਜਾ ਰਿਹਾ। ਜੇ ਸਾਡੀ ਗਲਤੀਆਂ ਦੇਖ ਕੇ ਕੋਈ ਹੋਵੇ ਨਾ ਤੇ ਸਾਨੂੰ ਤੇ ਖਾਣ ਨੂੰ ਵੀ ਕੁਝ ਨਾ ਦੇਵੇ, ਪਰ ਤੂੰ ਐਡਾ ਤੇਰਾ ਬਿਰਧ ਹੈ, ਇਹੋ ਜਿਹਾ ਸੁਭਾਅ ਹੈ ਕਿ ਤੇਰੀ ਸ਼ਰਨ 'ਚ ਆ ਜਾਂਦੇ ਹਾਂ ਅਸੀਂ। ਤੂੰ ਸਾਡੇ ਡਿੱਗਿਆਂ ਨੂੰ, ਮਲੀਨ ਬਿਰਤੀ ਵਾਲਿਆਂ ਨੂੰ, ਮਾੜੀ ਬਿਰਤੀ ਵਾਲਿਆਂ ਨੂੰ ਆਪਣੀ ਗਲਵੱਕੜੀ ਵਿੱਚ ਘੁੱਟ ਕੇ ਰੱਖ ਲੈਣਾ, ਆਪਣੇ ਚਰਨਾਂ ਨਾਲ ਜੋੜ ਲੈਣਾ। ਇਹ ਤੇਰਾ ਸੁਭਾਅ ਹੈ। ਸਾਡੇ ਦੋਖ ਦੇਖ ਰਹੇ, ਐਬ ਵੇਖ ਰਹੇ ਤਾਂ ਵੀ ਸਾਨੂੰ ਦੇਈ ਜਾ ਰਿਹਾ। ਕਈ ਵਾਰੀ ਬੱਚੇ ਦੀ ਮਾਂ ਬੱਚੇ ਦੇ ਔਗਣਾਂ ਬਾਰੇ ਜਾਣਦੀ ਹੈ ਤੇ ਭਗਤ ਕਬੀਰ ਸਾਹਿਬ ਨੇ ਬਚਨ ਕੀਤੇ, ਕਹਿੰਦੇ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸ ਤੇਤੇ। ਤੇ ਮਾਂ ਦਾ ਸੁਭਾਅ ਦੇਖੋ, ਕਹਿੰਦੇ ਪਰਮਾਤਮਾ ਦਾ ਤੇ ਮਾਂ ਦਾ ਸੁਭਾਅ ਇੱਕ ਲਿਖ ਰਹੇ ਨੇ। ਬੱਚੇ ਦੇ ਸਾਰੇ ਔਗੁਣ ਜਾਣਦੀ ਹੈ। ਆਪਾਂ ਸਾਰੇ ਪਰਿਵਾਰ ਵਾਲੇ ਹਾਂ। ਕਈ ਵਾਰੀ ਮਾਂ ਨੂੰ ਕਈ ਗੱਲਾਂ ਦਾ ਪਤਾ ਹੁੰਦਾ, ਲੜਕਾ ਕੀ ਕਰ ਰਿਹਾ, ਲੜਕੀ ਕੀ ਕਰ ਰਹੀ ਹੈ, ਸਭ ਕੁਝ ਆਪਣੇ ਹਿਰਦੇ 'ਚ ਰੱਖ ਲੈਂਦੀ, ਆਪਣੇ ਪਤੀ ਨੂੰ ਵੀ ਨਹੀਂ ਦੱਸਦੀ। ਇਹ ਯਾਦ ਰੱਖਣਾ ਸੀ ਪਰਿਵਾਰਕ ਸਾਰੇ। ਬੱਚੇ ਗਲਤੀਆਂ ਕਰਦੇ ਨੇ, ਬੱਚੇ ਕਈ ਵਾਰੀ ਜੀਵਨ ਤੋਂ ਵੀ ਡਿੱਗ ਜਾਂਦੇ ਨੇ, ਪਰ ਮਾਂ ਸਭ ਕੁਝ ਰੱਖ ਕੇ ਨਾ ਆਪਣੇ ਹਿਰਦੇ 'ਚ ਰੱਖ ਦਿੰਦੀ ਹੈ। ਕਿਉਂ? ਕਿਉਂਕਿ ਉਸ ਨੂੰ ਪਤਾ ਹੈ ਮੇਰੇ ਬੱਚੇ ਦੀ ਗਲਤੀ ਹੈ, ਹੋ ਸਕਦਾ ਇੱਕ ਦਿਨ ਸੁਧਰ ਜਾਏਗਾ, ਮੇਰਾ ਬੱਚਾ ਜਾਂ ਮੇਰੀ ਬੱਚੀ ਚੰਗੇ ਪਾਸੇ ਤੁਰ ਪਏਗੀ। ਮਾਰੇ ਕਹਿੰਦੇ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇਤੇ। ਕਹਿਣ ਲੱਗੇ ਰਾਮਈਆ ਹੂੰ ਬਾਰਿਕ ਤੇਰਾ। ਹੇ ਰਮੇ ਹੋਏ ਪਰਮਾਤਮਾ ਮੈਂ ਤੇਰਾ ਬੱਚਾ ਹਾਂ, ਕਾਹੇ ਨ ਖੰਡਸ ਅਵਗਨ ਮੇਰਾ। ਮੇਰੇ ਅਵਗੁਣਾਂ ਨੂੰ ਤੂੰ ਦੇਖਦਾ ਨਹੀਂ, ਚਿਤਾਰਦਾ ਨਹੀਂ। ਫਿਰ ਕਹਿਣ ਲੱਗੇ ਜੇ ਅਤ ਕਰੋਪ ਕਰੇ ਕਰ ਧਾਇਆ। ਸਾਧੂ ਕਹਿੰਦੇ ਮਾਂ ਦਾ ਸੁਭਾਅ ਤੇ ਪਰਮਾਤਮਾ ਦਾ ਸੁਭਾਅ, ਕਈ ਵਾਰੀ ਬੱਚਾ ਕ੍ਰੋਧਿਤ ਹੋ ਕੇ ਮਾਂ ਨਾਲ ਲੜ ਕੇ ਘਰੋਂ ਚਲਾ ਜਾਂਦਾ ਹੈ। ਜੇ ਅਤ ਕਰੋਪ, ਕਰੋਪ ਕਹਿੰਦੇ ਗੁੱਸੇ ਵਿੱਚ ਲੜ ਪਿਆ ਬੱਚਾ, ਘਰੋਂ ਚਲਾ ਗਿਆ। ਮੈਂ ਜਾ ਰਿਹਾ ਘਰੋਂ, ਚਲਾ ਗਿਆ, ਉਸਨੂੰ ਪਤਾ ਮਾਂ ਨੂੰ ਵੀ ਵਾਪਿਸ ਆ ਜਾਣਾ ਸੀ। ਬਹੁਤ ਘੱਟ ਚਾਂਸ ਹੋਵੇ ਕਿ ਬੱਚਾ ਗਿਆ ਤੇ ਵਾਪਿਸ ਨਾ ਆਵੇ, ਬੱਚਾ ਤਕਰੀਬਨ ਆ ਹੀ ਜਾਂਦਾ। ਪਰ ਗੁੱਸੇ ਵਿੱਚ ਗਿਆ, ਬਹੁਤ ਕੁਝ ਬੋਲ ਕੇ ਗਿਆ, ਮਾੜੀਆਂ ਗੱਲਾਂ ਬੋਲ ਕੇ ਗਿਆ ਮਾਂ ਨੂੰ। ਮਾਂ ਨੇ ਸਾਰੀਆਂ ਸੁਣ ਲਈਆਂ, ਜੋ ਕਦੇ ਉਸਦੇ ਪਤੀ ਨੇ ਵੀ ਨਹੀਂ ਸੁਣਾਈਆਂ। ਕਈ ਵਾਰੀ ਬੱਚੇ ਉਹ ਵੀ ਸੁਣਾ ਦਿੰਦੇ ਨੇ, ਉਹ ਵੀ ਚੱਲ ਜਾਂਦੀ ਹੈ। ਮਾਂ ਦਾ ਸੁਭਾਅ ਵੇਖੋ। ਸਤਿਗੁਰ ਕਹਿੰਦੇ ਜੇ ਅਤ ਕਰੋਪ ਕਰੇ ਕਰ ਧਾਇਆ ਤਾਂ ਵੀ ਚੀਤ ਨਾ ਰੱਖ ਸਮਾਇਆ। ਜਦੋਂ ਮੁੜ ਕੇ ਆਉਂਦੀ ਹੈ ਮਾਂ, ਫਿਰ ਉਹਨਾਂ ਸਾਰੀਆਂ ਗੱਲਾਂ ਨੂੰ ਭੁਲਾ ਕੇ ਨਾ ਆਪਣੀ ਗਲਵੱਕੜੀ ਵਿੱਚ ਲੈ ਲੈਂਦੀ ਹੈ ਵੀ ਮੇਰਾ ਪੁੱਤਰ, ਮੇਰੀ ਧੀ ਤੂੰ ਵਾਪਿਸ ਆ ਗਈ ਹੈ। ਕਹਿੰਦੇ ਰੱਬ ਦਾ ਇਹੋ ਜਿਹਾ ਸੁਭਾਅ, ਇਸ ਕਰਕੇ ਮਾਰੇ ਕਹਿੰਦੇ ਤੇਰਾ ਸੁਭਾਅ ਹੈ ਜੋ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ, ਉਹਨੂੰ ਤੂੰ ਆਪਣੇ ਕੰਠ ਨਾਲ ਲਾ ਲੈਂਦਾ। ਇਹ ਤੇਰਾ ਬਿਰਧ ਹੈ, ਇਹ ਮੁੱਢ ਕਦੀਮਾ ਸੁਭਾਅ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ। ਸਾਡੇ ਸਾਰੇ ਔਗੁਣ ਜਾਣਦਾ ਹੈ, ਪਰ ਫਿਰ ਵੀ ਸਾਨੂੰ ਆਪਣੀ ਗਲਵੱਕੜੀ ਵਿੱਚ ਲੈ ਲੈਂਦਾ, ਕਿਉਂਕਿ ਅਸੀਂ ਉਸਦੇ ਬੱਚੇ ਹਾਂ। ਤੁਮ ਦਾਤੇ ਠਾकुर ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਅਸੀਂ ਉਹਦੇ ਬੱਚੇ ਹਾਂ ਨਾ, ਉਹ ਸਾਡਾ ਬਾਪੂ ਹੈ, ਸਾਡਾ ਪਿਓ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਲਾਜ ਬਿਰਧ ਕੀ ਰਾਖੋ, ਨਾਮ ਤੁਹਾਰੋ ਲੀਨੋ। ਮੇਰੀ ਮਦਦ ਕਰ, ਮੈਂ ਤੇਰਾ ਨਾਮ ਜਪਦਾ ਰਹਾਂ, ਤੇਰੀ ਸਿਫਤ ਕਰਦਾ ਰਹਾਂ, ਤੇਰਾ ਨਾਮ ਲੈਂਦਾ ਰਹਾਂ। ਮੇਰੇ ਉੱਤੇ ਇਹ ਕਿਰਪਾ ਕਰ, ਕਿਉਂਕਿ ਤੇਰਾ ਸੁਭਾਅ ਵੀ ਇਹ ਹੈ ਜਿਹੜਾ ਸ਼ਰਨ ਵਿੱਚ ਆ ਜਾਂਦਾ ਹੈ ਉਹਨੂੰ ਤੂੰ ਕੰਠ ਨਾਲ ਲਾ ਲੈਂਦਾ। ਇਸ ਕਰਕੇ ਮੈਂ ਤੇਰੀ ਸ਼ਰਨ ਆਇਆ, ਹੁਣ ਲਾਜ ਰੱਖ ਲੈ। ਇੱਕ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਪਾਂ ਪੜ੍ਹਦੇ ਹਾਂ। ਸਦੋਂ ਕਹਿੰਦੇ ਨੇ ਅਬ ਹਮ ਚੱਲੀ ਠਾकुर ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਮਰ ਕਹਿੰਦੇ ਲੋਕਨ ਕੀ ਚਿਤਰਾਈ ਉਪਮਾ ਤੇ ਵੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਅਗਲੇ ਬਚਨ ਬੜੇ ਪਿਆਰੇ ਨੇ। ਮਾਰ ਕਹਿੰਦੇ ਜੋ ਆਵਤ ਸ਼ਰਨ ਠਾकुर ਪ੍ਰਭ ਤੁਮਰੀ, ਤਿਨ ਰਾਖੋ ਕਿਰਪਾ ਧਾਰ। ਜਿਹੜੇ ਤੇਰੇ ਸ਼ਰਨ 'ਚ ਆ ਜਾਂਦੇ ਤੁਸੀਂ ਕਿਰਪਾ ਕਰਕੇ ਉਹਨਾਂ ਨੂੰ ਰੱਖ ਲੈਂਦੇ ਹੋ। ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ। ਸਜੋ ਕਹਿੰਦੇ ਨੇ ਦਾਸ ਨਾਨਕ ਹੈ ਹਰੀ, ਤੇਰੀ ਸ਼ਰਨ ਵਿੱਚ ਹੈ, ਰਾਖੋ ਲਾਜ ਮੁਰਾਰ। ਮੁਰਾਰ ਦਾ ਅਰਥ ਹੈ ਮੇਰੀ। ਹੇ ਮੇਰੇ ਮਾਲਕ ਮੇਰੀ ਲਾਜ ਰੱਖ ਲੈ।
मेरी इज्जत रख लै। रोज पढ़ते हो, जब तब संजम धर्म न कमाया, सेवा साध न जानिया हर राया, कहो नानक हम नीच कर्मा, शरण परे की राखो शर्मा। ये अरदास करिए जो गुरु तेग बहादुर महाराज ने वाहिगुरु के चरनां च की, क्योंकि इस संसार दे विच ये गल चंगी तरह याद रख लेना, ये सारे सन्मन भावें असी हाँ, असी भी परिवार नाल धन की गरजा नाल जुड़े हुए हैं, वो साडे नाल जुड़े ने, वो भी गरजा नाल जुड़े ने। ये संसार गृहस्थी जीवन ये सारिਆਂ ਦਾ इदां ही चलना है। पर याद रखना ਆਪਾਂ अपना सच्चा साथी सतगुरु इस शब्द विच कहना चाहते कि वाहिगुरु नूं बनाइए। ਆਪਾਂ ਸਾਰੇ गरजा नाल जुड़े हुए हैं, ये गल है ही नहीं। हर एक बंदा एक दूजे नाल गरजा नाल जुड़िया होया संसार दी, इस करके पर अपना सच्चा साथी वो वाहिगुरु है। पर इन्हां गरजां दे विच रहंदे होए साडे जो फर्ज ने आपां वो भी पूरे करने हैं। अज धन धन भाई सुबेग सिंह ते भाई सहबाज सिंह, अज उन्हां दा शहीदी दिहाड़ा भी है। उन्होंने भी कोट कोट नमन कि उन्होंने अपने जीवन दे विच 18 साल की उम्र दे विच सहबाज सिंह ने चरखियां ते चाड़ के उन्होंने शहीद कर दिता गया। उन्होंने पिता सुबेग सिंह नूं शहीद कर दिता गया। एक घटना 25 जनवरी 1746 दे विच वरती जदों उन्होंने दोनों नूं फड़ के और कहा गया भी तुसीं मुसलमान बन जाओ, थानूं छड़ दिता जाएगा। पर उन्होंने तसीए चले, कोड़े चले और हर तरह का जुल्म उन्होंने उत्ते किया गया, पर वो डोले ना। प्यो पुत नूं वखरा वखरा करके कह दिता गया भी तेरे पुत्र ने इस्लाम कबूल कर लिया, और प्यो नूं कह दिता, पुत्र नूं कह दिता गया तेरा प्यो इस्लाम च चला गया, तू भी इस्लाम बन जा। उन्होंने चंगी तरीके दे नाल अड अड करके भी यतन किया गया, पर दोने ये सूरमे जिहड़े ने ये सिੱਖੀ दे विच परपक रहे, ये डोले ना ते उन्होंने महान सादत दी। अज उन्हों दा महान सादत का दिन है। ਇੱਥੇ तक उन्होंने कहा गया भी तुसी सिੱਖੀ छड़ दिओ, तुहानूं पदवियां देवांगे। तो इन्होंने कहा सी, कहंदे हम कारण गुर कुलै गवाई, भी साडे करके गुरु ने अपनी सारी कुल गवा ली, हम कुल राखें कौन बढ़ाई। भी जे साडा परिवार रहेगा तो इहदे विच की बढ़िया। साडे करके तो गुरु ने अपने चारे दे चारे साहिबजादे शहीद कर लए, अपने पिता नूं शहीद करा लिया। भी साडे करके जे गुरु अपना परिवार शहीद करा सकता, जे मेरा परिवार, भाई सुबेग कहता है जे मेरा परिवार अज सिख धर्म के लेखे सिੱਖੀ के लेखे लग जाएगा फिर किहड़ी गल है। तो अज के दिन उन्होंने महान साहतां हुई, उन्होंने भी कोट कोट नमन जिन्होंने साडे वास्ते इतनियां वड्डियां साहतां दे के और साडे धर्म नूं बरकरार रखिया। नहीं था ना कहूँ अब की ना कहूँ तब की, अगर ना होते गुरु गोबिंद सिंह तो सुन्नत होती सबकी। ये तो उन्होंने साढ़े उत्ते परोपकार ने। इतनियां बेनतियां प्रवान फतेह जी सांझ करो। आखो जी वाहिगुरू जी का खालसा वाहिगुरू जी की फतेह। सतनाम श्री वाहिगुरू साहिब जी। तुम्हारी शरण तुम्हारी आशा, तुम ही सजन सुहेले। राखो राखण हार दयाला, नानक